ਇਨਸਾਨ ਸਾਡੀ ਬੇਇੱਜ਼ਤੀ ਕਰਦਾ ਹੈ, ਸਾਡੇ ਨਾਲ ਬੁਰੀ ਤਰ੍ਹਾਂ ਬੋਲਦਾ ਹੈ, ਅਸੀਂ ਦਿਲ ਨੂੰ ਲਗਾ ਲੈਂਦੇ ਹਾਂ, ਬਹੁਤ ਬੁਰਾ ਲੱਗਦਾ ਹੈ ਸਾਨੂੰ। ਤਾਂ ਲੇਖਕ ਅਨੁਸਾਰ ਅਜਿਹੀ ਗੱਲ ਨੂੰ ਦਿਲ ਉੱਤੇ ਲਾਉਣ ਦੀ ਜ਼ਰੂਰਤ ਨਹੀਂ ਹੈ, ਬਲਕਿ ਬਾਅਦ ਵਿੱਚ ਉਸ ਵਿੱਚ ਕੋਈ ਹਾਸੇ ਦੀ ਗੱਲ ਕੱਢ ਕੇ ਅਤੇ ਉਸ ਦੇ ਹਾਵ ਭਾਵਾਂ ਉੱਤੇ ਆਪਣੇ ਹੀ ਦਿਲ ਵਿੱਚ ਮਜ਼ਾਕ ਕੱਸ ਕੇ ਜਾਂ ਆਪਣੇ ਦੋਸਤਾਂ ਨਾਲ ਹੱਸ ਖੇਡ ਕੇ ਆਪਣੇ ਆਪ ਨੂੰ ਸ਼ਾਂਤ ਕੀਤਾ ਜਾ ਸਕਦਾ ਹੈ। ਜ਼ਰੂਰੀ ਨਹੀਂ ਕਿ ਅਸੀਂ ਵੀ ਬਰਾਬਰ ਗੁੱਸਾ ਕਰੀਏ, ਆਪਣਾ ਗੁੱਸਾ ਦੂਸਰਿਆਂ ਉੱਤੇ ਕੱਢਦੇ ਫਿਰੀਏ, ਸਗੋਂ ਉਸ ਗੱਲ ਵਿੱਚੋਂ ਕੋਈ ਹਾਸਾ ਲੱਭ ਕੇ ਉਸ ਗੱਲ ਨੂੰ ਹਾਸੇ ਵਿੱਚ ਟਾਲਿਆ ਜਾ ਸਕਦਾ ਹੈ ਔਰ ਆਪਣੇ ਮਨ ਨੂੰ ਤਸੱਲੀ ਦਿੱਤੀ ਜਾ ਸਕਦੀ ਹੈ। ਇੱਕ ਹੱਡ ਬੀਤੀ ਮੈਂ ਵੀ ਦੱਸ ਦਿੰਦੀ ਹਾਂ। ਸਾਡਾ ਪ੍ਰਿੰਸੀਪਲ ਬਹੁਤ ਖਰਾਦ ਅਤੇ ਹੈਂਕੜਵਾਰ ਆਦਮੀ ਸੀ। ਖਰਾਦ ਹੁੰਦਾ ਬਹੁਤ ਗੁੱਸੇ ਵਾਲਾ। ਇਸੇ ਲਈ ਅਸੀਂ ਸਾਰੇ ਵਿਦਿਆਰਥੀ ਉਸਦੀ ਛੇੜ ਬੋਲ ਕੇ ਤਸੱਲੀ ਕਰ ਲੈਂਦੇ ਸਾਂ। ਹੁਣ ਜੇ ਪ੍ਰਿੰਸੀਪਲ ਵਿੱਚ ਇਹੋ ਜਿਹੀ ਕੋਈ ਚੀਜ਼ ਹੋਵੇ ਤਾਂ ਵਿਦਿਆਰਥੀ ਕੀ ਕਰਨ? ਤਾਂ ਕਹਿੰਦੇ ਵਿਦਿਆਰਥੀਆਂ ਨੇ ਉਸਦਾ ਕੋਈ ਨਾਮ ਰੱਖ ਦਿੱਤਾ ਸੀ ਔਰ ਉਹ ਬੋਲ ਕੇ ਤਸੱਲੀ ਕਰ ਲੈਂਦੇ ਸਨ। खड़क सिंह के खड़कने से खड़कती हैं खिड़कियाँ, खिड़कियों के खड़कने से खड़कता है खड़क से। ਇਹ ਸਤਰਾਂ ਬਾਅਦ 'ਚ ਇੰਨੀਆਂ ਮਸ਼ਹੂਰ ਹੋ ਗਈਆਂ ਕਿ ਉਸ ਦੀ ਰਿਟਾਇਰ ਹੋਣ ਜਾਣ ਤੋਂ ਬਾਅਦ ਵੀ ਮੈਡੀਕਲ ਕਾਲਜ ਵਿੱਚ ਬਹੁਤ ਸਾਲ ਇਹ ਛੇੜ ਚੱਲਦੀ ਰਹੀ ਸੀ ਅਤੇ ਹੁਣੇ ਜਿਹੀ ਹਿੰਦੀ ਫਿਲਮ ਦੇ ਗੀਤ ਵਿੱਚ ਇਹ ਸਤਰਾਂ ਵਰਤੀਆਂ ਗਈਆਂ ਹਨ। ਮਨੋਵਿਗਿਆਨੀ ਸੁਝਾਅ ਦਿੰਦੇ ਹਨ ਕਿ ਆਪਣੇ ਮਨੋਬਲ ਨੂੰ ਹੋਰ ਤਾਕਤਵਰ ਬਣਾਉਣ ਲਈ ਅਤੇ ਆਪਣੀ ਸੁਣਨ ਸ਼ਕਤੀ ਦੇ ਨਾਲ ਆਪਣੇ ਹਾਵਾਂ ਭਾਵਾਂ ਉੱਤੇ ਕਾਬੂ ਦਾ ਇਸ ਤੋਂ ਵਧੀਆ ਹੋਰ ਕੋਈ ਤਰੀਕਾ ਨਹੀਂ ਕਿ ਕਿਸੇ ਫਜ਼ੂਲ ਹੰਕਾਰੀ ਬੰਦੇ ਤੋਂ ਬਕਵਾਸ ਸੁਣ ਲੈਣ ਤੋਂ ਬਾਅਦ ਵੀ ਆਪਣੇ ਆਪ ਨੂੰ ਬੇਕਾਬੂ ਨਾ ਹੋਣ ਦਿੱਤਾ ਜਾਵੇ। ਇਸ ਨਾਲ ਹੰਕਾਰੀ ਬੰਦੇ ਦੀ ਹਿਊਮੇ ਨੂੰ ਤਕੜੀ ਸੱਟ ਵੱਜ ਜਾਂਦੀ ਹੈ। ਉਹ ਅਜਿਹਾ ਸੋਚਣ ਉੱਤੇ ਮਜਬੂਰ ਹੋ ਜਾਂਦਾ ਹੈ ਕਿ ਮੇਰੇ ਬੋਲਣ ਦਾ ਜੇ ਅਗਲੇ ਬੰਦੇ ਉੱਤੇ ਉੱਕਾ ਹੀ ਕੋਈ ਅਸਰ ਨਹੀਂ ਹੁੰਦਾ ਅਤੇ ਮੇਰੇ ਬੋਲਣ ਦਾ ਕੋਈ ਫਾਇਦਾ ਨਹੀਂ। ਅਜਿਹੇ ਇਨਸਾਨ ਸਾਨੂੰ ਦੁਖੀ ਕਰਨ ਦੇ ਲਈ ਬੋਲ ਰਹੇ ਹੁੰਦੇ ਹੈ। ਜੇ ਅੱਗੋਂ ਕੋਈ ਇਸ ਜਵਾਬ ਹੀ ਅਸੀਂ ਨਾ ਦਈਏ ਤਾਂ ਇਹ ਜਿਹਾ ਇਨਸਾਨ ਇੱਕ ਟਾਈਮ ਤੋਂ ਬਾਅਦ ਅਕਸਰ ਹੀ ਚੁੱਪ ਹੋ ਜਾਂਦਾ ਹੈ। ਜੇ ਇਸ ਤਰ੍ਹਾਂ ਦੇ ਬੰਦੇ ਨੂੰ ਵਾਪਸ ਗਾਲਾਂ ਕੱਢਣ ਲੱਗ ਪਈਏ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਉਹਦੇ ਅਤੇ ਸਾਡੇ 'ਚ ਉੱਕਾ ਕੋਈ ਫਰਕ ਨਹੀਂ ਹੈ ਅਤੇ ਸਾਡੇ ਅੰਦਰ ਵੀ ਹਿਊਮੇ ਵਾਸ ਕਰ ਚੁੱਕੀ ਹੈ। ਅਸੀਂ ਹਮੇਸ਼ਾ ਆਪਣੇ ਆਪ ਨੂੰ ਸੰਭਾਲ ਕੇ ਚੱਲਣਾ ਜਦੋਂ ਅਸੀਂ ਦੁਨੀਆ 'ਚ ਵਿਚਰਦੇ ਹਾਂ ਔਰ ਖਾਸ ਤੌਰ 'ਤੇ ਇਹੋ ਜਿਹੇ ਲੋਕਾਂ ਨਾਲ ਵਿਚਰਦੇ ਹਾਂ। ਠਰਮੇ ਨਾਲ, ਠਰਮੇ ਹੁੰਦਾ ਧੀਰਜ, ਸ਼ਾਂਤੀ। ਠਰਮੇ ਨਾਲ ਪਰ ਸਖਤ ਆਵਾਜ਼ ਨਾਲ ਉਸ ਬੰਦੇ ਨੂੰ ਇਹ ਦਰਸਾਇਆ ਜਾ ਸਕਦਾ ਹੈ ਕਿ ਇਨਸਾਨ ਇਸ ਲਹਿਜ਼ੇ ਵਿੱਚ ਗੱਲ ਨਹੀਂ ਕਰਦੇ ਅਤੇ ਨਾ ਹੀ ਅੱਗੇ ਤੋਂ ਇਸ ਤਰ੍ਹਾਂ ਸਾਡੇ ਨਾਲ ਗੱਲ ਕਰਨ ਦੀ ਲੋੜ ਹੈ। ਠੀਕ ਤਰੀਕੇ ਨਾਲ ਗੱਲ ਕਰਨੀ ਹੋਵੇ ਤਾਂ ਜਦੋਂ ਮਰਜ਼ੀ ਗੱਲ ਕਰ ਲਏ। ਜੇ ਇੰਨਾ ਕਹਿਣਾ ਸੰਭਵ ਨਾ ਹੋਵੇ ਤਾਂ ਇਸ ਤਰ੍ਹਾਂ ਦੇ ਬੰਦੇ ਨੂੰ ਪੂਰੀ ਤਰ੍ਹਾਂ ਆਪਣੀ ਸੋਚ ਵਿੱਚੋਂ ਮਨਫੀ ਕੱਢ ਦੇਣਾ ਹੀ ਠੀਕ ਹੁੰਦਾ ਹੈ। ਮਨਫੀ ਕਰਨਾ ਯਾਨੀ ਖਾਰਿਜ ਕਰਨਾ, ਕੱਢ ਦੇਣਾ। ਉਹਨੂੰ ਬਹੁਤੀ ਇੰਪੋਰਟੈਂਸ ਹੀ ਨਹੀਂ ਦੇਣੀ ਚਾਹੀਦੀ। ਅਸੀਂ ਆਪਣੇ ਆਪ ਨੂੰ ਦੁਖੀ ਕਿਉਂ ਕਰਦੇ ਹਾਂ? ਕਿਉਂਕਿ ਅਸੀਂ ਅਕਸਰ ਹੀ ਇਹੋ ਜਿਹੇ ਲੋਕਾਂ ਨੂੰ ਬਹੁਤ ਜ਼ਿਆਦਾ ਤਵੱਜੋ ਦੇਣਾ ਸ਼ੁਰੂ ਕਰ ਦਿੰਦੇ ਹਾਂ, ਇੰਪੋਰਟੈਂਸ ਦੇਣੀ ਸ਼ੁਰੂ ਕਰ ਦਿੰਦੇ ਹਾਂ ਅਤੇ ਉਸਦੀ ਉਕਾਈ ਪਰਵਾਹ ਕਰਨੀ ਛੱਡ ਦੇਣੀ ਚਾਹੀਦੀ ਹੈ। ਜੇ ਕਿਤੇ ਅਜਿਹਾ ਬੰਦਾ 4 ਜਣਿਆਂ ਵਿੱਚ ਖੜ੍ਹਾ ਵੀ ਹੋਵੇ ਤਾਂ ਬਾਕੀਆਂ ਨਾਲ ਮੁਸਕਰਾ ਕੇ ਹੈਲੋ ਕਰਕੇ ਅਗਾਂਹ ਲੰਘਿਆ ਜਾ ਸਕਦਾ ਹੈ ਅਤੇ ਉਸ ਨੂੰ ਅਣਦੇਖਿਆ ਕਰਨਾ ਹੀ ਠੀਕ ਹੈ। ਅਣਦੇਖਿਆ ਇਸ ਕਰਕੇ ਕਰਨਾ ਹੈ ਕਿਉਂਕਿ ਤੁਹਾਨੂੰ ਬੋਲਣ ਦੀ ਤਮੀਜ਼ ਨਹੀਂ ਹੈ, ਪਰ ਅਸੀਂ ਤੁਹਾਡੇ ਨਾਲ ਉਸ ਤਰ੍ਹਾਂ ਨਹੀਂ ਬੋਲ ਸਕਦੇ, ਇਸ ਕਰਕੇ ਤੁਹਾਨੂੰ ਅਣਦੇਖਿਆ ਕੀਤਾ ਜਾ ਰਿਹਾ। ਜੇ ਅਜਿਹਾ ਬੰਦਾ ਬੇਇੱਜ਼ਤੀ ਕਰਨੀ ਚਾਹੇ ਤਾਂ ਆਪਣੇ ਆਪ ਨੂੰ ਕੰਮ ਵਿੱਚ ਮਸ਼ਰੂਫ ਵਿਖਾ ਕੇ ਜਾਂ ਫ਼ੋਨ ਉੱਤੇ ਕਿਸੇ ਨਾਲ ਗੱਲ ਕਰਕੇ ਉਸ ਨੂੰ ਨਕਾਰੇ ਜਾਣ ਦਾ ਅਹਿਸਾਸ ਕਰਵਾਇਆ ਜਾ ਸਕਦਾ ਹੈ। ਵਾਰ-ਵਾਰ ਕੋਈ ਇਨਸਾਨ ਤੁਹਾਡੇ ਨਾਲ ਬੁਰੀ ਤਰ੍ਹਾਂ ਬੋਲੀ ਜਾ ਰਿਹਾ ਤਾਂ ਅੱਗੋਂ ਉਹਨੂੰ ਜਤਾਓ ਕਿ ਮੈਂ ਤੇਰੀ ਗੱਲ ਨੂੰ ਬਹੁਤੀ ਇੰਪੋਰਟੈਂਸ ਨਹੀਂ ਦੇਣੀ। ਬਹੁਤੇ ਹੰਕਾਰੇ ਅਫਸਰ ਆਮ ਤੌਰ ਉੱਤੇ ਆਪਣੀ ਗੱਲ ਮੁਕਾ ਕੇ ਦੂਜੇ ਕੋਲੋਂ ਕਿਸੇ ਜਵਾਬ ਦੀ ਉਮੀਦ ਹੀ ਨਹੀਂ ਰੱਖਦੇ ਹੁੰਦੇ, ਸੋ ਸੁਣ ਕੇ ਸਿਰ ਹਿਲਾ ਕੇ ਕਮਰੇ ਵਿੱਚੋਂ ਬਾਹਰ ਨਿਕਲਿਆ ਜਾ ਸਕਦਾ ਹੈ। ਜੇ ਬਹਿਸ ਛੇੜ ਲਈ ਤਾਂ ਕਈ ਵਾਰ ਮਾੜੇ ਨਤੀਜੇ ਨਿਕਲ ਸਕਦੇ ਹਨ। ਅਸੀਂ ਬਹਿਸਣਾ ਬਿਲਕੁਲ ਨਹੀਂ ਹੈ, ਇਹਦੇ ਹਮੇਸ਼ਾ ਮਾੜੇ ਨਤੀਜੇ ਨਿਕਲੂਗੇ। ਅਜਿਹੇ ਮਾਹੌਲ ਨੂੰ ਆਪਣੇ ਦਫ਼ਤਰ ਤੋਂ ਘਰ ਜਾਂ ਘਰ ਤੋਂ ਦਫ਼ਤਰ ਨਹੀਂ ਲਿਜਾਣਾ ਚਾਹੀਦਾ, ਸਗੋਂ ਨਹੀਂ ਤਾਂ ਮਾਨਸਿਕ ਸ਼ਾਂਤੀ ਪੂਰੀ ਤਰ੍ਹਾਂ ਭੰਗ ਹੋਣ ਦਾ ਖਤਰਾ ਹੋ ਜਾਂਦਾ ਹੈ। ਇਹ ਨਹੀਂ ਕਿ ਜੇਕਰ ਦਫ਼ਤਰ ਵਿੱਚ ਸਾਨੂੰ ਕੋਈ ਮੁਸ਼ਕਿਲ ਆਈ ਹੈ ਅਸੀਂ ਉਹਨੂੰ ਘਰ ਲਿਆਉਣਾ, ਬੱਚਿਆਂ ਦੇ ਉੱਤੇ ਗੁੱਸਾ ਕਰਨਾ, ਇਹ ਬਿਲਕੁਲ ਨਹੀਂ ਹੋਣਾ ਚਾਹੀਦਾ। ਇਸ ਦੇ ਨਾਲ ਹੀ ਤਣਾਅ ਤੋਂ ਸਹਿੜੀਆਂ ਬਿਮਾਰੀਆਂ ਦੀ ਸ਼ੁਰੂਆਤ ਵੀ। ਜੇ ਕਿਤੇ ਹੰਕਾਰੇ ਹੋਏ ਅਫਸਰ ਦੀ ਕੋਈ ਕਮਜ਼ੋਰੀ ਲੱਭ ਜਾਏ ਬਸ ਫਿਰ ਤਾਂ ਕਹਿਣਾ ਹੀ ਕਿਆ, ਹੰਕਾਰਿਆ ਸੋ ਮਾਰਿਆ ਦੀ ਹਕੀਕਤ ਜਾਣ ਲੈਣ ਤੋਂ ਬਾਅਦ ਆਪਣੀ ਹਿਊਮੇ ਨੂੰ ਸਿਰ ਉੱਤੇ ਚੜ੍ਹ ਜਾਣ ਤੋਂ ਪਹਿਲਾਂ ਹਾਂ ਪੱਖੀ ਬਣਾ ਲਈਏ ਤਾਂ ਕਮਾਲ ਦੀ ਸ਼ਖਸੀਅਤ ਬਣ ਸਕਦੀ ਹੈ।
ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਸੀ, ਹਉਮੈ ਵੱਡਾ ਰੋਗ ਹੈ, ਦਾਰੋ ਵੀ ਇਸ ਮਾਹੇ। ਹਉਮੈ ਜਦੋਂ ਸਵੈ ਵਿਸ਼ਵਾਸ ਦਾ, ਆਪਣੀ ਆਤਮਾ ਦੀ ਪਛਾਣ ਦਾ ਅਤੇ ਆਪਣੀ ਸਮਰੱਥਾ ਨੂੰ ਸਮਝ ਲੈਣ ਦਾ ਰੂਪ ਧਾਰਨ ਕਰਦੀ ਹੈ ਤਾਂ ਇਹ ਹਾਂ ਪੱਖੀ ਹੋ ਜਾਂਦੀ ਹੈ। ਅਤੇ ਆਤਮਾ ਦੀ ਪਛਾਣ ਕਰਨ ਵਾਲਾ ਵਿਅਕਤੀ ਬੜਾ ਸੰਿਮਰ